ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਗੁਰਜਿੰਦਰ ਸਿੰਘ ਭੰਗੂ। ਦੋਸਤੋ ਮੈਂ ਮੌਜੂਦ ਹਾਂ ਪਿੰਡ ਆਕੜੀ ਦੇ ਵਿੱਚ, ਜਿੱਥੋਂ ਦੀ ਮੌਜੂਦਾ ਸਰਪੰਚ ਹਰਜੀਤ ਕੌਰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ। ਗੱਲ ਕੀ ਹੈ, ਮਸਲਾ ਕੀ ਹੈ? ਮਸਲਾ ਹੈਗਾ ਕਿ ਮੌਜੂਦਾ ਸਰਪੰਚ ਨੇ ਉਹਨਾਂ ਦੀ ਦੇਖ ਰੇਖ ਹੇਠ ਦੇ ਵਿੱਚ 12 ਕਰੋੜ 24 ਲੱਖ ਰੁਪਏ ਦਾ ਘੁਟਾਲਾ ਹੋ ਗਿਆ, ਜਿਹਨੂੰ ਲੈ ਕੇ ਵਿਜੀਲੈਂਸ ਵੱਲੋਂ ਉਹ ਗ੍ਰਿਫਤਾਰ ਕੀਤੇ ਗਏ ਨੇ। ਹੁਣ ਮੈਂ ਪਿੰਡ ਆਕੜੀ ਦੇ ਵਿੱਚ ਮੌਜੂਦ ਹਾਂ। ਮੌਜੂਦਾ ਜੋ ਸਰਪੰਚ ਨੇ ਹਰਜੀਤ ਕੌਰ, ਉਹਨਾਂ ਦੀ ਕੋਠੀ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ। ਮੈਂ ਉਹਨਾਂ ਦੀ ਕੋਠੀ ਦੇ ਬਾਹਰ ਖੜਾ। ਹਰਜੀਤ ਕੌਰ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਮਾਮਲਾ ਹੈਗਾ ਕਿ ਜੋ 12 ਕਰੋੜ 24 ਲੱਖ ਦੇ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਹੋਈ ਹੈ। ਦੂਜੇ ਪਾਸੇ ਗੱਲ ਚੱਲਦੀ ਹੈ ਲੰਮੇ ਸਮੇਂ ਤੋਂ ਸੇਰਾ ਸੇਰੀ ਆਕੜੀ ਤਖਤੂ ਮਾਜਰਾ ਜਿਹੜੇ ਆਹ ਪਿੰਡ ਸੀ, ਲੰਮੇ ਸਮੇਂ ਤੋਂ ਆਹ ਜਿਹੜਾ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ, ਉਹ ਮਾਮਲਾ ਵਿਵਾਦਾਂ ਦੇ ਵਿੱਚ ਰਿਹਾ। ਲੰਮੇ ਸਮੇਂ ਤੋਂ ਰੌਲਾ ਚੱਲਦਾ ਕਿ ਜੋ ਐਫਡੀਆਂ ਦਾ ਪੈਸਾ ਜਾਂ ਹੋਰ ਤਮਾਮ ਪੈਸਾ, ਉਸ ਪੈਸੇ ਦੀ ਦੁਰਵਰਤੋਂ ਹੋਈ ਹੈ। ਜੋ ਆਪਣੇ ਵੱਡੇ ਅਧਿਕਾਰੀ ਨੇ, ਉਹ ਅਧਿਕਾਰੀ ਵੀ ਸਸਪੈਂਡ ਕੀਤੇ ਗਏ ਨੇ। ਜੋ ਬਲਾਕ ਪੱਧਰ ਦੇ ਅਧਿਕਾਰੀ ਨੇ, ਜੋ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਜਿਨ੍ਹਾਂ ਦੀ ਇਸ ਮਾਮਲੇ ਦੇ ਵਿੱਚ, ਉਹ ਵੀ ਸਸਪੈਂਡ ਕੀਤੇ ਗਏ ਨੇ। 5 ਪਿੰਡਾਂ ਦੀ ਜੋ ਪੰਚਾਇਤ ਹੈ, ਉਹ ਪੰਚਾਇਤਾਂ ਸਸਪੈਂਡ ਕੀਤੀਆਂ ਗਈਆਂ ਨੇ। ਕਈ ਬੰਦੇ ਗ੍ਰਿਫਤਾਰ ਹੋਏ ਨੇ, ਕਈ ਬੰਦੇ ਫਰਾਰ ਨੇ। ਮੈਂਬਰ ਪੰਚਾਇਤ ਗ੍ਰਿਫਤਾਰ ਹੋਏ ਨੇ, ਸਰਪੰਚ ਗ੍ਰਿਫਤਾਰ ਹੋਏ ਨੇ, ਕਈ ਬੰਦੇ ਫਰਾਰ ਚੱਲਦੇ ਨੇ ਇਸ ਮਾਮਲੇ ਦੇ ਵਿੱਚ। ਇੱਕਦਮ ਤੇਜ਼ੀ ਉਦੋਂ ਆ ਗਈ ਇਸ ਮਾਮਲੇ ਦੇ ਵਿੱਚ ਜਦੋਂ ਆਕੜੀ ਪਿੰਡ ਦੀ ਮੌਜੂਦਾ ਸਰਪੰਚ ਹਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ। ਪੁੱਛਗਿੱਛ ਦੇ ਵਿੱਚ ਉਹਨਾਂ ਵੱਲੋਂ ਸਾਬਕਾ MLA ਮਦਨ ਲਾਲ ਜਲਾਲਪੁਰ ਦਾ ਉਹਦੇ 'ਚ ਨਾਮ ਨਿਕਲ ਕੇ ਆਉਂਦਾ। ਸੋ ਤੁਸੀਂ ਮੇਰੇ ਪਿੱਛੇ ਦੇਖੋ, ਪਿੱਛੇ ਹਰਜੀਤ ਕੌਰ ਦਾ ਮਕਾਨ ਬਣਿਆ ਹੋਇਆ, ਕੋਠੀ ਬਣੀ ਹੋਈ ਹੈ, ਅਤੇ ਮੇਰੇ ਨਾਲ ਪਿੰਡ ਵਾਸੀ ਸਾਰੇ ਹੈਗੇ ਨੇ। ਪਿੰਡ ਵਾਸੀ ਨੇ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਕਿ ਦਰਅਸਲ ਆਹ ਪੂਰਾ ਮਸਲਾ ਹੈਗਾ ਕੀ ਹੈ, ਪਿੰਡ ਵਾਸੀ ਕੀ ਸੋਚਦੇ ਨੇ ਇਸ ਮਾਮਲੇ ਦੇ ਉੱਤੇ, ਪਿੰਡ ਦੇ ਲੋਕਾਂ ਦਾ ਕੀ ਕਹਿਣਾ, ਉਹ ਹਰਜੀਤ ਕੌਰ ਦੇ ਨਾਲ ਨੇ ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਜੋ ਵਿਜੀਲੈਂਸ ਕਰ ਰਹੀ ਹੈ ਉਹ ਠੀਕ ਹੈ, ਘਪਲਾ ਹੋਇਆ, ਸਕੈਮ ਹੋਇਆ, ਨਹੀਂ ਸਕੈਮ ਹੋਇਆ, ਧੱਕਾ ਹੋ ਰਿਹਾ, ਕੀ ਇਹ ਸਾਰਾ ਮਾਮਲਾ ਇਹਦੇ 'ਤੇ ਡਿਸਕਸ ਕਰਾਂਗੇ। ਕਿਉਂਕਿ ਲੰਮੇ ਸਮੇਂ ਤੋਂ ਮੈਂ ਵੀ ਤੁਹਾਡੇ ਨਾਲ ਇਸ ਮਾਮਲੇ ਦੇ ਉੱਤੇ ਆਪਣੀ ਵੀਡੀਓ ਸ਼ੇਅਰ ਕਰਦਾ ਰਹਿੰਦਾ ਸੀ, ਇੰਟਰਵਿਊਜ਼ ਕਈ ਤੁਸੀਂ ਇਸ ਮਾਮਲੇ ਦੇ ਉੱਤੇ ਸਾਡੀਆਂ ਦੇਖੀਆਂ ਹੋਣਗੀਆਂ। ਇੱਕ ਵਾਰ ਤੁਹਾਡੇ ਨਾਲ ਮੈਂ ਫਿਰ ਜ਼ਿਕਰ ਕਰ ਦੇਣਾ ਚਾਹੁੰਦਾ ਕਿ ਮੈਂ ਪਿੰਡ ਆਕੜੀ 'ਚ ਮੌਜੂਦ ਹਾਂ, ਜਿੱਥੋਂ ਦੀ ਮੌਜੂਦਾ ਸਰਪੰਚ ਹਰਜੀਤ ਕੌਰ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਮਾਮਲਾ 12 ਕਰੋੜ 24 ਲੱਖ ਦੀ ਜਿਹੜੀ ਪੰਚਾਇਤੀ ਫੰਡ ਆਇਆ ਸੀ, ਉਸ ਪੰਚਾਇਤੀ ਫੰਡ ਦੀ ਦੁਰਵਰਤੋਂ ਦਾ ਹੈਗਾ। 5 ਪਿੰਡਾਂ ਦੀ ਪੰਚਾਇਤ ਸਸਪੈਂਡ ਹੋ ਚੁੱਕੀ ਹੈ, ਮੈਂਬਰ ਪੰਚਾਇਤ ਗ੍ਰਿਫਤਾਰ ਹੋ ਚੁੱਕੇ ਨੇ, ਕਈ ਫਰਾਰ ਚੱਲ ਰਹੇ ਨੇ, ਵੱਡੇ ਕਹਿੰਦੇ ਨਾਮ ਇਹਦੇ 'ਚ ਨਿਕਲ ਕੇ ਆਉਂਦੇ ਨੇ। ਜੋ ਅਧਿਕਾਰੀ ਨੇ, ਪ੍ਰਸ਼ਾਸਨ ਹੈ, ਉਹ ਵੀ ਕਹਿ ਸਕਦੇ ਹਾਂ ਕਿ ਆਪਾਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਜੇਕਰ ਇਨਵੋਲਵਮੈਂਟ ਹੈਗੀ ਹੈ, ਇਸੇ ਕਰਕੇ ਉਹ ਸਸਪੈਂਡ ਕੀਤੇ ਗਏ ਨੇ। ਅੱਜ ਅਸੀਂ ਆਕੜੀ ਪਿੰਡ ਦੇ ਵਿੱਚ ਆਏ ਹਾਂ, ਸਰਪੰਚ ਗ੍ਰਿਫਤਾਰ ਹੋ ਚੁੱਕੀ ਹੈ। ਇੱਕ ਵਾਰ ਤੁਸੀਂ ਦੇਖੋ ਕਿ ਆਹ ਰੋਡ ਹੈ, ਮੇਨ ਹਾਈਵੇ ਹੈ, ਇੱਕ ਪਾਸੇ ਰਿਹਾਇਸ਼ ਦਾ ਬੋਰਡ ਲੱਗਿਆ ਹੋਇਆ, ਹਰਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਪਿੰਡ ਆਕੜੀ ਜ਼ਿਲ੍ਹਾ ਪਟਿਆਲਾ ਨੇੜੇ ਰਾਜਪੁਰਾ। ਤੁਸੀਂ ਉਸ ਪਾਸੇ ਵੀ ਦੇਖ ਸਕਦੇ ਹੋ ਕਿ ਸਾਡੇ ਨਾਲ ਮਾਈਆਂ ਬੈਠੀਆਂ ਨੇ ਜੋ ਅੱਗੇ ਜਾ ਕੇ ਸਾਡੇ ਨਾਲ ਗੱਲ ਕਰਨਗੀਆਂ, ਸਾਨੂੰ ਸਾਰਾ ਕੁਝ ਦੱਸਣਗੀਆਂ, ਹਰਜੀਤ ਕੌਰ ਬਾਰੇ ਵੀ ਦੱਸਣਗੀਆਂ, ਪਿੰਡ ਬਾਰੇ ਵੀ ਦੱਸਣਗੀਆਂ, ਕਿਵੇਂ ਕੀ ਕੁਛ ਹੋਇਆ ਉਹਦੇ ਬਾਰੇ ਵੀ ਦੱਸਣਗੀਆਂ। ਸਾਡੇ ਨਾਲ ਪਿੰਡ ਤੋਂ ਹੋਰ ਲੋਕ ਜੁੜੇ ਹੋਏ ਨੇ ਜੋ ਇਸ ਮਾਮਲੇ ਦੇ ਉੱਤੇ ਆਪਣਾ ਪੱਖ ਰੱਖਣਗੇ, ਪਿੰਡ ਦੇ ਲੋਕ ਕੀ ਸੋਚਦੇ ਨੇ। ਕਿਉਂਕਿ ਤੁਹਾਡੇ ਯਾਦ ਹੋਊਗਾ ਅੱਜ ਤੋਂ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਗੱਲ ਕਹਿੰਦੇ ਸੀਗੇ, ਅਸੀਂ ਜਾਂਚ ਕਰਾਂਗੇ ਪਿੰਡਾਂ ਲੈਵਲ ਦੇ ਉੱਤੇ ਜਿਹੜੇ ਗਬਨ ਹੋਏ ਨੇ, ਜਿਹੜੇ ਘੁਟਾਲੇ ਹੋਏ ਨੇ, ਅਸੀਂ ਉਹਨਾਂ ਘੁਟਾਲਿਆਂ ਦੀ ਜਾਂਚ ਕਰਾਂਗੇ, ਅਸੀਂ ਪੜਤਾਲ ਕਰਾਂਗੇ ਕਿੱਥੇ ਗਬਨ ਹੋਏ ਨੇ, ਕਿੱਥੇ ਸਕੈਮ ਹੋਏ ਨੇ। ਉਸੇ ਆਧਾਰ ਨੂੰ ਅੱਗੇ ਤੋਰਦਿਆਂ ਕਿਹਾ ਜਾ ਰਿਹਾ ਕਿ ਵਿਜੀਲੈਂਸ ਵੱਲੋਂ ਮੌਜੂਦਾ ਸਰਪੰਚ ਹਰਜੀਤ ਕੌਰ ਜਿਹੜੇ ਹੈਗੇ ਨੇ ਪਿੰਡ ਆਕੜੀ ਦੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 12 ਕਰੋੜ 24 ਲੱਖ ਰੁਪਏ ਦਾ ਪੂਰਾ ਆਹ ਸਕੈਮ ਦੱਸਿਆ ਜਾ ਰਿਹਾ। ਇੱਕ ਜ਼ਿਕਰ ਮੈਂ ਹੋਰ ਕਰ ਦੇਣਾ ਚਾਹੁੰਦਾ ਕਿ 5 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਈ ਸੀ। 5 ਪਿੰਡਾਂ ਦੀ ਜਿਹੜੀ ਜ਼ਮੀਨ ਸੀ, ਉਹ ਜ਼ਮੀਨ ਐਕਵਾਇਰ ਹੋਈ ਸੀ, ਉਹਦਾ ਪੈਸਾ ਸੀ ਜਿਸ ਪੈਸੇ ਨੂੰ ਪੰਚਾਇਤੀ ਸਿਸਟਮ ਦੁਆਰਾ ਪਿੰਡ ਦੇ ਵਿਕਾਸ ਲਈ ਵਰਤਿਆ ਜਾ ਰਿਹਾ ਸੀ। ਕਹਿੰਦੇ ਕਿ ਉਸ ਵਿਕਾਸ ਦੇ ਰਾਹ ਦੇ ਵਿੱਚ ਜਿਹੜਾ ਰੋੜਾ ਅੜਿਆ, ਉਹ ਰੋੜਾ ਭ੍ਰਿਸ਼ਟਾਚਾਰ ਦਾ ਅੜ ਗਿਆ, ਜਿਸ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਸਾਡੇ ਨਾਲ ਪਿੰਡ ਵਾਸੀ ਨੇ, ਸਾਰਿਆਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਕਿ ਪਿੰਡ ਵਾਸੀ ਇਸ ਮਾਮਲੇ ਦੇ ਉੱਤੇ ਕੀ ਸੋਚਦੇ ਨੇ। ਕਿਉਂਕਿ ਜ਼ਰੂਰੀ ਹੁੰਦਾ ਪਿੰਡ ਦਾ ਪੱਖ ਰੱਖਣਾ, ਵੀ ਜ਼ਰੂਰੀ ਹੁੰਦਾ ਪਿੰਡ ਦੀਆਂ ਜਿਹੜੇ ਸਾਰੇ ਵਿਊ ਆਫ ਪੁਆਇੰਟ ਨੇ ਉਹ ਵੀ ਰੱਖਣੇ ਜ਼ਰੂਰੀ ਹੁੰਦੇ ਨੇ, ਕਿਉਂਕਿ ਪਿੰਡ ਦੇ ਲੋਕ ਜ਼ਿਆਦਾ ਨੇੜੇ ਹੁੰਦੇ ਨੇ। ਪਿੰਡ ਦੇ ਲੋਕ ਪੰਚਾਇਤੀ ਕੰਮਾਂ ਕਾਰਾਂ ਨੂੰ ਬੜੇ ਨੇੜੇ ਤੋਂ ਦੇਖਿਆ ਹੁੰਦਾ, ਪਿੰਡ ਦੇ ਲੋਕਾਂ ਨੇ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਦੱਸ ਸਕਦੇ ਨੇ ਉਹ। ਹਾਲਾਂਕਿ ਕਈ ਗੱਲਾਂ ਵਿਜੀਲੈਂਸ ਦੇ ਪੁੱਛਗਿੱਛ ਦੇ ਵਿੱਚ ਜਿਹੜੇ ਹੈਗੇ ਨੇ ਸਰਪੰਚ ਹਰਜੀਤ ਕੌਰ, ਉਹਨਾਂ ਨੇ ਕਈ ਗੱਲਾਂ ਮੰਨੀਆਂ ਵੀ ਹੈਗੀਆਂ ਨੇ। ਕੀ ਗੱਲਾਂ ਨੇ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਜਿਹੜੇ ਪਿੰਡ ਦੇ ਪ੍ਰੋਜੈਕਟ ਚੱਲ ਰਹੇ ਸੀ ਉਹ ਤੁਹਾਨੂੰ ਅਸੀਂ ਪ੍ਰੋਜੈਕਟ ਵੀ ਦਿਖਾਵਾਂਗੇ, ਹੋਰ ਪਿੰਡ ਦੀਆਂ ਤੁਹਾਨੂੰ ਅਸੀਂ ਤਮਾਮ ਚੀਜ਼ਾਂ ਵੀ ਦਿਖਾਵਾਂਗੇ। ਤੁਸੀਂ ਸਾਡੇ ਨਾਲ ਬਣੇ ਰਹੋ। ਅੱਜ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਕੀ ਨਾਮ ਹੈ? ਨਛੱਤਰ ਸਿੰਘ ਜੀ। ਨਛੱਤਰ ਸਿੰਘ ਜੀ, ਕੀ ਰੌਲਾ ਜਿਸ ਕਰਕੇ ਹਰਜੀਤ ਕੌਰ ਸਰਪੰਚ ਨੇ ਜੋ ਮੌਜੂਦਾ ਉਹ ਗ੍ਰਿਫਤਾਰ ਹੋ ਗਏ ਜੀ। ਅਤੇ ਉਹ ਇਹ ਹੁਣ ਪਿੰਡ ਦਾ ਜਿਹੜਾ ਮਸਲਾ ਸੀਗਾ, ਜਿਹੜੇ ਵੀ ਮਤਲਬ ਇਹ ਸਰਪੰਚ ਸੀਗੇ, ਜ਼ਮੀਨ ਪੰਚਾਇਤ ਦੀ ਅਕਵਾਇਰ ਹੋਈ ਸੀਗੀ। ਅਕਵਾਇਰ ਹੋਣ ਦੇ ਉਹਦੇ ਮਤਲਬ ਪੈਸੇ ਆਏ ਸੀਗੇ,
50-51 ਲੱਖ ਦੇ ਕਰੀਬ ਆਇਆ, ਕਰੋੜ ਦੇ ਕਰੀਬ ਆਇਆ ਸੀਗਾ। ਉਹਦੇ ਵਿੱਚ ਹੁਣ ਵਿਕਾਸ ਦੇ ਕੰਮ ਚੱਲ ਰਹੇ ਸੀ ਪਿੰਡ ਦੇ ਸਾਰੇ ਪਿੰਡ ਦੇ ਵਿੱਚ ਸੀਵਰੇਜ ਪਿਆ, ਸਾਰੇ ਪਿੰਡ ਦੇ ਵਿੱਚ ਬੀਆਂ ਪੱਕੀਆਂ ਬਣੀਆਂ, ਚੰਗਾ ਸਰੀਆ ਪਾ ਕੇ, ਮਟੀਰੀਅਲ ਵਧੀਆ ਪਾ ਕੇ, ਉਹ ਪਿੰਡ ਦੇ ਲੋਕਾਂ ਨੇ ਰੋਕਤਾ। ਉਸ ਤੋਂ ਬਾਅਦ ਟੋਬੇ ਦਾ ਕੰਮ ਚੱਲ ਰਿਹਾ ਸੀ, ਸ਼ੀਸ਼ੇ ਵਾਲ ਮਾਡਲ ਟੋਬੇ ਦਾ ਬਣਾਉਣਾ ਸੀਗਾ, ਸ਼ੀਸ਼ੇ ਵਾਲ ਉਹ ਮਾਡਲ ਬਣਾਉਣਾ ਸੀ, ਪੱਟਿਆ ਪਿਆ, ਪੱਟਣ ਦੇ ਬਚਾ ਕੇ ਉਹ ਵਿਚਾਲੇ ਰੋਕਤਾ। ਉਸ ਤੋਂ ਬਾਅਦ ਮੜੀਆਂ ਦਾ ਕੰਮ ਚੱਲਦਾ ਸੀ, ਉਹ ਰੋਕਤਾ। ਮੜੀਆਂ ਦੇ ਵਿੱਚ ਇੱਕ ਹਰੀ ਜਿਨ੍ਹਾਂ ਦੀਆਂ ਮੜੀਆਂ ਬਣੀਆਂ, ਉੱਥੇ ਸ਼ੈੱਡ ਬਣਿਆ ਵਾ, ਦੇਖਿਆ ਜਾ ਸਕਦਾ। ਕੋਈ ਕੰਮ ਸਿਰੇ ਨਹੀਂ ਚੜਿਆ, ਇਹ ਲੋਕਾਂ ਨੇ ਕੰਮ ਕੋਈ ਸਿਰੇ ਨਹੀਂ ਚੜਿਆ। ਵਿਚਾਲੇ ਹੀ ਇਹਨਾਂ ਨੇ ਪੰਚਾਇਤਾਂ ਨੂੰ ਸਸਪੈਂਡ ਕਰਾਤਾ, ਰੋਕ ਲਾਤੀ। ਪਹਿਲਾਂ ਸਿਵਲ ਵਾਲੇ ਇਹਦੀ ਇਨਕੁਆਇਰੀ ਕਰਦੇ ਸੀ, ਉਸ ਤੋਂ ਬਾਅਦ ਇਹਨਾਂ ਨੇ ਵਿਜੀਲੈਂਸ ਦਰਖਾਸਤ ਦਿੱਤੀ, ਵਿਜੀਲੈਂਸ ਵਾਲਿਆਂ ਨੇ ਪਰਚਾ ਦਰਜ ਕਰਤਾ। ਹੁਣ ਜਿੰਨੇ ਵੀ ਮੁਲਜ਼ਮ ਨੇ ਸਾਰੇ ਭੱਜੇ ਫਿਰਦੇ, ਆਲੇ ਦੁਆਲੇ ਭੱਜੇ ਫਿਰਦੇ ਫਿਰ ਸੀ। ਜਿਹੜੀ ਹਰਜੀਤ ਕੌਰ ਸਰਪੰਚ ਸਾਡੇ, ਅਸੀਂ ਵਿਜੀਲੈਂਸ ਜੋ ਹੋਊਗਾ ਕਰੂਗਾ, ਅਸੀਂ ਕਾਰਵਾਈ ਕਰ ਦੋ, ਅਸੀਂ ਪੇਸ਼ ਕਰਤੀ। ਉਸ ਤੋਂ ਬਾਅਦ ਸਾਰੇ ਪੈਂਡਿੰਗ ਪਏ, ਕਿਸੇ ਦਾ ਕੋਈ ਲੈਂਟਰ ਨਹੀਂ ਪਿਆ, ਕੋਈ ਕੰਮ ਸਿਰੇ ਨਹੀਂ ਚੜਿਆ। ਇੱਕ ਗੱਲ ਹੋਰ ਦੱਸੋ, ਹਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਹੋਰ ਕਿਹਦਾ ਵਿੱਚ ਨਾਮ ਹੈ? ਕਿਸੇ ਦਾ ਕੋਈ ਨਾਮ ਨਹੀਂ ਹੈ, ਕੱਲੀ ਇਹੀ ਕੰਮ ਕਰਦੀ ਸੀ। ਬੇਟੇ ਦਾ ਨਾਮ ਦੱਸਿਆ ਜਾਂਦਾ ਉਹਨਾਂ ਨਹੀਂ, ਬੇਟੇ ਦਾ ਕੋਈ ਝੂਠ ਜੋ ਮਰਜ਼ੀ ਬੋਲੀ ਜਾਓ, ਬੇਟੇ ਦਾ ਕੋਈ ਕੰਮ ਨਹੀਂ, ਸ਼ਰਾਬੀ ਕਬਾਬੀ ਬੇਟਾ ਉਹਦਾ, ਇਹ ਮੈਂ ਦਾਅਵੇ ਨਾਲ ਕਹਿੰਦਾ। ਉਹਦਾ ਕੋਈ ਮਤਲਬ ਨਹੀਂ ਹੈ ਵਿੱਚ ਦੇ। ਸਰਪੰਚ ਕਿਸ ਪਾਰਟੀ ਦੇ ਸੀ ਹਰਜੀਤ ਕੌਰ? ਇਹ ਕਿਸੇ ਪਾਰਟੀ ਦੇ ਸਾਰੇ ਪਿੰਡ ਰਜਾਮੰਦੀ ਨਾਲ ਪੰਚਾਇਤ ਬਣਾਈ ਸੀ। ਨਹੀਂ, ਅੱਛਾ, ਇਲੈਕਸ਼ਨ ਨਹੀਂ ਹੋਈ ਸੀ, ਸਹਿਮਤੀ ਨਾਲ ਸਰਪੰਚ ਹੋਇਆ। ਹਾਂ, ਸਹਿਮਤੀ ਨਾਲ ਸਰਪੰਚ ਬਣਿਆ ਸੀ, ਮਰਜ਼ੀ ਨਾਲ ਸਰਪੰਚ ਬਣਾਇਆ। ਕੋਈ ਕਿਸੇ ਦਾ ਇਹਦੇ ਵਿੱਚ ਕਿਸੇ ਨੇ ਇਹ ਨਹੀਂ ਕੋਈ ਕਿੰਤੂ ਪਰੰਤੂ ਨਹੀਂ ਕਰਿਆ, ਸਾਰਾ ਪਿੰਡ ਸਹਿਮਤ ਸੀਗਾ। ਤੁਹਾਨੂੰ ਕੀ ਲੱਗਦਾ ਫਿਰ ਇਹ ਕਿਉਂ ਹੋ ਰਿਹਾ ਸਭ ਕੁਝ? ਇਹ ਹੁਣ ਬਾਅਦ ਦੇ ਵਿੱਚ ਪਾਰਟੀ ਬਣ ਗਈ ਪਿੰਡ ਦੇ ਵਿੱਚ, ਪੈਸੇ ਨੂੰ ਦੇਖ ਕੇ ਝਾੜੂ ਵਾਲੇ ਹੋ ਗਏ। ਅੱਛਾ, ਪਾਰਟੀ ਬੇਸ ਤੇ ਹੋ ਗਿਆ ਨਾ ਸਾਰਾ ਕੰਮ, ਦੋ ਪਾਰਟੀਆਂ ਬਣ ਗਈਆਂ। ਹੁਣ ਕੰਮ ਤਾਂ ਹੁੰਦੇ ਹੋਣਗੇ, ਇੱਕ ਲੱਖ ਤਾਂ ਹੋ ਨਹੀਂ ਸਕਦੇ। ਤੁਸੀਂ ਜਾ ਕੇ ਚੈੱਕ ਕਰ ਲਓ, ਸਾਰਿਆਂ ਆਪਣੇ ਲੈਂਟਰ ਪੈਣ ਵਾਲਾ, ਕੋਈ ਸਾਰੀਆਂ ਬਿਲਡਿੰਗਾਂ ਅੱਧ ਵਿਚਾਲੇ ਪਈਆਂ, ਜਿੱਥੇ ਮਰਜ਼ੀ ਦੇਖ ਲਓ। ਸੀਮੈਂਟ ਪਿਆ, ਰੇਤਾ ਪਿਆ, ਬਜਰੀ ਪਈ ਆ, ਜਿਹੜਾ ਕਰੋੜਾਂ ਦੀ, ਜਿਹੜਾ ਕਿ ਕਿਤੇ ਦਿਖਾਈ ਹੋ ਨਹੀਂ ਗਈ, ਉਹ ਸਾਹਮਣੇ ਪਈ ਆ, ਸਭ ਦੇਖ ਸਕਦੇ, ਚੈੱਕ ਕਰ ਸਕਦੇ। ਸਰੀਏ ਕਹਿੰਦੇ ਕਿ ਇਹ ਰੌਲਾ ਤਾਂ ਲੰਮੇ ਸਮੇਂ ਤੋਂ ਪੈਂਦਾ, ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਵੀ ਨਹੀਂ ਸੀ ਆਈ, ਕਾਂਗਰਸ ਦੇ ਵੇਲੇ ਹੀ ਕਹਿੰਦੇ ਰੌਲਾ ਪੈ ਗਿਆ ਸੀ। ਇਹ ਤਾਂ 1 ਸਾਲ ਪਹਿਲਾਂ ਦਾ ਰੌਲਾ ਪੈ ਰਿਹਾ ਸੀ, ਪਰ ਪਹਿਲਾਂ ਰੌਲਾ ਪੈ ਗਿਆ। ਕਾਂਗਰਸ ਪਾਰਟੀ ਆਮ ਪਾਰਟੀ ਦਾ ਕੋਈ ਮਤਲਬ ਨਹੀਂ ਇਹਦੇ ਵਿੱਚ। ਇਹ ਤਾਂ ਪਹਿਲਾਂ ਦੀ ਕੰਪੀਟੀਸ਼ਨ ਹੋਣਾ ਸ਼ੁਰੂ ਹੋ ਗਿਆ ਸੀ ਆਪਸ ਦੇ ਵਿੱਚ, ਪਾਰਟੀਆਂ ਦਾ ਪਿੰਡ ਬੇਸ ਤੇ, ਸਾਰੇ ਪਿੰਡ ਦੇ ਬੇਸ। ਕਲੇਸ਼ ਕਾਹਦਾ? ਕਲੇਸ਼ ਇਹੀ ਮਸਲਾ ਵੀ ਤੁਸੀਂ ਇਹ ਵੀ ਸਰਪੰਚ ਪੰਚ ਨੇ ਜਿਹੜੇ ਮਿਲ ਕੇ ਇਹ ਪੈਸੇ ਖਾ ਗਏ, ਕੰਮ ਦੇਖਿਆ ਬਣਿਆ ਵਾ ਦੇਖਿਆ ਨਹੀਂ ਕਿਸੇ ਨੇ, ਨਾ ਕੋਈ ਦੇਖ ਰਿਹਾ ਕੋਈ ਕੰਮ। ਸਾਹਮਣੇ ਦੇਖ ਲਓ, ਜਾ ਕੇ ਤੁਸੀਂ ਚੈੱਕ ਕਰ ਲਓ। ਜੋ ਮੰਨ ਲਓ ਜਿੰਨੇ ਤੁਸੀਂ ਗੱਲ ਕਰ ਰਹੇ ਹੋ, 51 ਲੱਖ ਦੀ ਜ਼ਿਕਰ ਕਰ ਰਹੇ ਹੋ, 1 ਕਰੋੜ ਦੀ ਜ਼ਿਕਰ ਕਰ ਰਹੇ ਹੋ ਤੁਸੀਂ, ਉਹ ਫਿਰ ਸਾਰਿਆਂ ਦੀ ਬਿਲਿੰਗ ਤਾਂ ਹੋਊਗੀ। ਹਾਂ, ਬਿਲਿੰਗ ਤਾਂ ਹੋਊਗੀ ਨਾ। ਫਾਰਮਾਂ ਨੂੰ ਚੈੱਕ ਕੱਟੇ ਪਿਆ, ਫਾਰਮਾਂ ਨਾਲ ਜਿੰਨਾ ਲੋੜ ਦੇ ਸਮਾਨ ਤੋਂ ਉਹਦੇ ਮੁਤਾਬਕ ਸਮਾਨ ਆ ਰਿਹਾ। ਸਮਾਨ ਤੁਹਾਡੇ ਕੋਲ ਮੌਜੂਦ ਪਿਆ, ਇੱਥੇ ਦੇਖ ਸਕਦੇ ਹੋ, ਤੁਸੀਂ ਚੈੱਕ ਕਰ ਸਕਦੇ ਹੋ। ਇਹ ਜੇ ਕੋਈ ਮੈਂ ਪਿੰਡ ਲੈਵਲ ਤੇ ਪਿੰਡ ਵਾਲਿਆਂ ਨੂੰ ਜਾਂ ਕਿਸੇ ਹੋਰ ਨੂੰ ਮੈਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਖੁਦ ਮੈਂ ਆਪ ਜਿਹੜਾ ਮਰਜ਼ੀ ਦੇ ਲਓ, ਸਾਰਾ ਸਮਾਨ ਪਿਆ। ਫਾਰਮਾਂ ਨੂੰ ਚੈੱਕ ਕੱਟੇ ਪਏ ਨੇ ਹਰੇਕ ਕੰਮ ਦੇ। ਹੁਣ ਇਸ ਤੋਂ ਵੱਧ ਤਾਂ ਕੋਈ ਸਰਪੰਚ ਕੁਝ ਕਰ ਨਹੀਂ ਸਕਦਾ, ਕਿ ਉਹਦਾ ਨਾਲ ਸਮਾਨ ਆਊਗਾ ਤੇ ਨਾਲ ਲੱਗੀ ਜਾਊਗਾ। ਹੁਣ ਸੀਮੈਂਟ ਨੂੰ ਆਪਾਂ ਕਿੰਨਾ ਚਿਰ ਰੱਖ ਸਕਦੇ ਹਾਂ? ਨਹੀਂ ਰੱਖ ਸਕਦੇ ਬਰਸਾਤ ਦਾ ਟਾਈਮ। ਬਾਈ ਜੀ, ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ? ਤੁਸੀਂ ਇੱਕ ਤਾਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਹੋ ਗਏ, ਦੂਜਾ ਤੁਸੀਂ ਪਿੰਡ ਵਾਸੀ ਹੋ, ਉਸ ਤੋਂ ਪਹਿਲਾਂ ਕੋਈ ਇਦਾਂ ਦਾ ਕੁਝ ਕਾਰਵਾਈ? ਲੰਮੇ ਸਮੇਂ ਤੋਂ ਵਿਵਾਦ ਚੱਲਦਾ ਹੈ। ਵਿਵਾਦ ਤਾਂ ਦੇਖੋ ਜੀ, ਆਪਸ ਵਿੱਚ ਇਹ ਜਿਹੜਾ ਪਿੰਡ ਤੋਂ ਧੜੇ ਬਣੇ ਹੋਏ ਨੇ ਨਾ, ਉਹਦੇ ਰਿਕਾਰਡਿੰਗ ਚੱਲ ਰਿਹਾ। ਪਹਿਲਾਂ ਜਦੋਂ ਮਤਲਬ ਸਰਕਾਰ ਸੀਗੀ, ਮਤਲਬ ਕਾਂਗਰਸ ਸਰਕਾਰ ਸੀ, ਉਦੋਂ ਵੀ ਇਹ ਸ਼ੁਰੂ ਹੋ ਗਿਆ ਸੀਗਾ। ਕਿਉਂ ਉਦੋਂ ਮਤਲਬ ਇਹ ਆਪਣੇ ਕਿਹੜੇ ਆ, ਮਦਨ ਲਾਲ ਜਲਾਲਪੁਰ ਜੀ ਜਿਹੜੇ MLA ਕੰਮ ਕਰਾ ਰਹੇ ਸੀ, ਪਿੰਡ ਦੇ ਵਿੱਚ ਕੰਮ ਹੋ ਰਹੇ ਸੀ, ਤੇ ਸਰਪੰਚ ਵੱਲੋਂ ਤੇ ਸਾਰਿਆਂ ਵੱਲੋਂ ਹੀ ਇਹ ਕਿਹਾ ਗਿਆ ਸੀ ਗਰੀਬਾਂ ਨੂੰ ਵੀ ਪੈਸੇ ਦਵਾਏ ਜਾਣਗੇ। ਪਰ ਹੁਣ ਇਹ ਗਰੀਬ ਹੀ ਸਾਰੀ ਮਤਲਬ ਧੜੇਬਾਜ਼ੀ ਬਣਾ ਕੇ ਖੜੇ ਹੋ ਗਏ, ਹਨਾ। ਇਹਨਾਂ ਨੇ ਸਰਪੰਚ ਮਤਲਬ 2 ਨੰਬਰ 'ਚ ਸਾਰੇ ਜਣੇ ਹਰਜੀਤ ਕੌਰ ਦੇ ਪੱਖ ਦੇ ਵਿੱਚੋਂ। ਬਿਲਕੁਲ ਪੱਖ ਤੇ ਤਾਂ ਅਸੀਂ ਤਾਂ ਨਾ ਹੋਈਏ ਨਾ, ਜੇ ਮਤਲਬ ਉਹਨੇ ਕੋਈ ਕੰਮ ਗਲਤ ਕੀਤਾ ਹੋਵੇ। ਕੰਮ ਤਾਂ ਉਹ ਸਹੀ ਕਰ ਰਹੀ ਸੀ, ਇਹਦੇ ਵਿੱਚ ਤਾਂ ਕੋਈ ਦੋ ਰਾਏ ਹੈ ਹੀ ਨਹੀਂ। ਦੂਜੀ ਪਾਰਟੀ ਖੜੀ ਹੋ ਗਈ ਵੀ ਜਿਹੜੇ ਜ਼ਿਮੀਂਦਾਰਾਂ ਨੂੰ ਪੈਸੇ ਮਿਲ ਗਏ ਮੌਜੇ ਤੇ। ਸਾਬਕਾ MLA ਮਦਨ ਲਾਲ ਜਲਾਲਪੁਰ ਦਾ ਨਾਮ ਲਿਆ, ਤੁਸੀਂ ਵੀ ਨਿਊਜ਼ ਦੇਖ ਚੁੱਕੇ ਹੋ। ਨਹੀਂ, ਕੋਈ ਮਤਲਬ ਮਦਨ ਲਾਲ ਦਾ ਕੋਈ ਇਹ 'ਚ ਉਹ ਨਹੀਂ ਹੈ, ਕੋਈ ਰੋਲ ਨਹੀਂ। ਐਵੇਂ ਅਸੀਂ ਕਿਉਂ ਦੂਸ਼ਣਬਾਜ਼ੀ ਲਾਈਏ ਕਿਸੇ MLA ਤੋਂ? ਉਹਨਾਂ ਤਾਂ ਸਾਡੇ ਕੰਮ ਵਿੱਚ ਨੀਂਹ ਪੱਥਰ ਰੱਖੇ, ਜਾ ਕੇ ਦੇਖੋ। ਮਦਨ ਲਾਲ ਜਲਾਲਪੁਰ ਨੇ ਸਾਡੇ ਨੀਂਹ ਪੱਥਰ ਰੱਖੇ ਵੇ, ਸਾਰੇ ਕੰਮ ਚੱਲਦੇ ਸੀ, ਸਹੀ ਚੱਲ ਰਹੇ ਸੀ, ਪਰ ਨਹੀਂ ਕਿਸੇ ਨੇ ਸੁਣੀ, ਨਹੀਂ ਕੋਈ ਸੁਣਵਾਈ। ਤੁਹਾਡਾ ਕੀ ਨਾਮ? ਮੇਰਾ ਤਾਂ ਨਾਮ ਗੁਰਜੰਟ ਸਿੰਘ ਹੈ ਜੀ। ਗੁਰਜੰਟ ਸਿੰਘ ਜੀ, ਤੁਹਾਡਾ ਕੀ ਕਹਿਣਾ ਇਸ ਮਾਮਲੇ ਦੇ ਉੱਤੇ? ਮਾਮਲਾ ਦਾ ਪਿੰਡ 'ਚ ਪਾਰਟੀ ਬਾਜੀ ਬਣ ਗਈ, ਜਿਨ੍ਹਾਂ ਨੂੰ ਪੈਸੇ ਨਹੀਂ ਤੇ ਮਿਲੇ ਉਹ ਕਹਿੰਦੇ ਸਾਨੂੰ 9-9 ਲੱਖ ਰੁਪਈਆ ਦਿਓ ਤਾਂ ਕੰਮ ਚੱਲਣ ਦੇਗੇ, ਨਹੀਂ ਚੱਲਣ ਨਹੀਂ ਦਿੰਦੇ। ਉਹ 9 ਲੱਖ ਰੁਪਏ ਮੰਗਣ ਵਾਲੇ ਬੰਦੇ ਕੌਣ ਸੀ? ਉਹ ਪਿੰਡ ਦੇ ਹੈਦਰੀ ਜਾਨ। ਕਿਹੜੇ ਪਾਰਟੀ ਦੇ ਬੰਦੇ ਸੀ? ਉਹ ਝਾੜੂ ਵਾਲੇ।
ਝਾੜੂ ਵਾਲੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਤੁਹਾਡੇ ਪਿੰਡ ਦਾ ਦੂਜਾ ਧੜਾ ਉਹ ਤੁਹਾਨੂੰ ਕਹਿੰਦਾ ਕਿ 9 ਲੱਖ ਰੁਪਏ ਦਿਓ। 9 ਲੱਖ ਰੁਪਏ ਕਾਹਦੇ ਮੰਗਦੇ ਸੀ ਉਹ? ਐਮਐਲਏ ਤੇ ਮੰਗਦੇ ਤੇ ਜੀ ਵੀ ਸਾਡੇ ਕੋਲ ਜ਼ਮੀਨ ਨਹੀਂ, ਸਾਨੂੰ 9 ਲੱਖ 9 ਲੱਖ ਰੁਪਏ ਕਾਸ਼ਤਕਾਰ ਨੂੰ ਦਿੱਤਾ ਗਿਆ ਸੀ। ਉਹ ਕਾਸਤਕਾਰ 9 ਲੱਖ ਰੁਪਏ ਦਿਆ ਗਿਆ। ਉਹ ਕਹਿੰਦੇ ਵੀ ਦੂਜੀ ਪਾਰਟੀ ਜਿਹੜੀ ਖੜੀ ਉਹ ਕਹਿੰਦੇ ਵੀ 9 ਲੱਖ ਜਿਹੜੇ ਨੂੰ ਨਹੀਂ ਮਿਲੇ, ਨਹੀਂ ਜ਼ਮੀਨ ਸੀ ਜਿਨ੍ਹਾਂ ਕੋਲ, ਵੀ 9 ਲੱਖ ਰੁਪਇਆ ਐਮਐਲਏ ਉਹਨਾਂ ਨੂੰ ਵੀ ਦੇਵੇ। ਉਹ ਹੁਣ ਦੇਖ ਲਓ ਕਿਵੇਂ ਦੇ ਸਕਦਾ। ਉਹ ਪੰਚਾਇਤ ਦੇ ਖਾਤੇ 'ਚ ਪਾਇਆ ਗਿਆ ਸੀ। ਹਾਂਜੀ ਹਾਂ 9 ਲੱਖ ਜ਼ਿਮੀਂਦਾਰਾਂ ਦੇ ਖਾਤੇ 'ਚ ਪਾਇਆ ਗਿਆ ਸੀ। ਪਿੰਡ ਦੀ 193 ਏਕੜ ਐਕਵਾਇਰ ਹੋਈ ਸੀ। 84 84 ਸੀ 184 184। ਓਕੇ। ਤੇ ਉਦੋਂ ਵੀ ਕਹਿੰਦੇ ਉਦੋਂ ਚਾਹੁੰਦੇ ਨਹੀਂ ਸੀ ਪਿੰਡ ਵਾਸੀ ਕਿ ਐਕਵਾਇਰ ਹੋਵੇ ਉਹ ਜ਼ਮੀਨ। ਕਿਸੇ ਨੇ ਕੋਈ ਰੋਕ ਨਹੀਂ ਲਾਈ। ਨਹੀਂ ਉੱਥੇ ਇਕੱਠ ਹੋਏ ਸੀ ਗੁਰਦੁਆਰਾ ਸਾਹਿਬ ਦੇ। ਨਹੀਂ ਉਹ ਵੈਸੇ ਇਕੱਠ ਹੁੰਦੇ ਸੀ ਵੀ ਆਪਾਂ ਦਈਏ ਜਾਂ ਨਾ ਦਈਏ। ਉਹ ਐਮਐਲਏ ਨੇ ਸਹਿਮਤੀ ਪ੍ਰਗਟ ਜ਼ਮੀਨ ਹੁਣ ਉਸ ਜ਼ਮੀਨ 'ਚ ਕੀ ਹੈ? ਖਾਲੀ ਪਈ ਆ, ਬਿਲਕੁਲ ਬੰਜੜ ਜ਼ਮੀਨ ਪਈ ਆ, ਉਹ ਖਾਲੀ ਪਈ ਆ ਇਸ ਟਾਈਮ। 1100 ਪੰਜੇ ਪਿੰਡਾਂ ਦੀ ਜ਼ਮੀਨ ਖਾਲੀ ਪਈ, ਬੰਜੜ ਜ਼ਮੀਨ ਪਈ ਆ। 5 ਕਿੱਲਿਆਂ ਦੀ ਵਧੀਆ ਜ਼ਮੀਨ ਸੀ, ਉਪਜਾਊ ਜ਼ਮੀਨ ਸੀ, ਉਹ ਹੁਣ ਇਸ ਟਾਈਮ ਬੰਜੜ ਪਈ ਆ। ਪੈਸੇ ਪਹੁੰਚ ਗਏ ਸਾਰੇ। ਪੈਸੇ ਸਾਰਿਆਂ ਨੂੰ ਮਿਲ ਗਏ ਜਿਨ੍ਹਾਂ ਦਾ ਹੱਕ ਸੀ। ਤੁਹਾਡਾ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਜਸਵਿੰਦਰ ਸਿੰਘ ਹੈ ਜੀ ਮੇਰਾ ਨਾਮ। ਜਸਵਿੰਦਰ ਸਿੰਘ ਜੀ। ਹਾਂਜੀ ਅੱਜ ਤਾਂ ਇਹੀ ਪਿੰਡ ਦੇ ਸਰਪੰਚ ਨੇ ਜੀ ਹਰਜੀਤ ਕੌਰ ਮੌਜੂਦਾ ਗ੍ਰਿਫਤਾਰ ਹੋਏ ਨੇ ਉਹ। ਹਾਂਜੀ ਅਸੀਂ ਤਾਂ ਕੀ ਕਹਿਣਾ ਜੀ, ਹੁਣ ਤੁਹਾਨੂੰ ਪਤਾ ਹੀ ਹੈ ਸਾਹਮਣੇ ਸਾਰੀ ਬਿਲਡਿੰਗਾਂ ਖੜੀਆਂ, ਰੇਤਾ ਬਾਜਰੀ ਸੀਮੈਂਟ ਪਿਆ ਜੀ। ਉਹਦਾ ਕੋਈ ਸਾਡੇ ਨਾਲ ਬਜ਼ੁਰਗ ਮਾਤਾ ਨੇ, ਗੱਲ ਕਰਾਂਗੇ ਜੀ। ਉਹ ਤਾਂ ਕਿਸੇ ਨੂੰ ਦੇ ਕੇ ਰਾਜੀ ਤੀ। ਇਹ ਤਾਂ ਪਿੰਡ ਦਿਆਂ ਨੇ ਕਰਿਆ ਸਾਰਾ ਕੰਮ, ਜਿਨ੍ਹਾਂ ਨੂੰ ਪੈਸੇ ਮਿਲੇ ਨਹੀਂ ਤੇ ਉਹਨਾਂ ਨੇ ਕਿਹਾ ਵੀ ਇੰਨਾ ਨਾਲੇ ਕੰਮ ਰਕਾਤਾ ਸਾਰਾ, ਨਾਲੇ ਉਹ ਤੇ ਕੇਸ ਕਰਤਾ। ਇਹ ਪਿੰਡ ਦਿਆਂ ਨੇ ਇਕੱਠੇ ਹੋ ਕੇ ਨੇ ਕਰਿਆ ਸਾਰਾ ਕੰਮ, ਵੀ ਇਹਨੇ ਇੰਨਾ ਪੈਸਾ ਖਾ ਲਿਆ, ਇੰਨਾ ਦਾ ਇਸ ਉਹ ਤਾਂ ਅਨਪੜ੍ਹ ਕੋਈ ਹੱਥ ਨਹੀਂ ਸੀ ਉਹਨਾਂ ਦਾ, ਅਨਪੜ੍ਹ ਸੀ ਉਹ, ਕੋਈ ਹੱਥ ਨਹੀਂ ਸੀ ਵੀ ਜ਼ਬਰਦਸਤੀ ਫਸਾਏ ਗਏ ਉਹ। ਹਾਂ ਜੀ ਜ਼ਬਰਦਸਤੀ ਫਸਾਏ ਆ ਉਹਨਾਂ ਨੇ। ਇਹਨਾਂ ਨੇ ਪਿੰਡ ਦਿਆਂ ਨੇ ਕਰਿਆ ਇਹ ਇਕੱਠੇ ਹੋ ਕੇ ਸਾਰਿਆਂ ਨੇ। ਪਿੰਡ ਵਾਲਿਆਂ ਦੀ ਕੀ ਦੁਸ਼ਮਣੀ ਸੀ ਉਹਨਾਂ ਨਾਲ? ਉਹ ਤਾਂ ਬਹੁਤ ਦਰਵੇਸ਼ ਤੀਮੀ ਹੈ ਜਿਹੜਾ ਉਹਦੇ ਨਾਲ ਧੋਖਾ ਕਰਿਆ ਇਹਨਾਂ ਨੇ। ਇਹ ਪਿੰਡ ਦਿਆਂ ਨੇ ਕਰਿਆ ਜੀ ਸਾਰਾ ਕੰਮ। ਉਹ ਤੁਸੀਂ ਇੱਕ ਨੂੰ ਰਾਹ ਨਹੀਂ ਤਾ ਜੀ ਜ਼ਮੀਨ ਨੂੰ, ਉਹ ਕਹਿੰਦੇ ਤੇ ਵੀ ਰਾਹ ਦਿਓ ਸਾਨੂੰ। ਉਹ ਰਾਹ ਪਿੱਛੇ ਮੜੀਆਂ ਚੋਂ ਰਾਹ ਕਿਵੇਂ ਦੇ ਦਿੰਦੀ? ਧੱਕੇ ਤੇ ਤਾਂ ਦੇ ਨਹੀਂ ਸਕਦੇ ਜੀ। ਫਿਰ ਉਹ ਰਾਹ ਪਿੱਛੇ ਹੋਇਆ ਜੀ ਇੰਨਾ ਸਿਆਪਾ। ਮੜੀਆਂ ਦੇ ਵਿੱਚ ਨੂੰ ਰਾਹ ਮੰਗਦਾ ਤਾਂ ਹਾਂ ਰਾਹ ਮੰਗਦੇ ਤੇ ਮੜੀਆਂ ਦੇ ਵਿੱਚ ਨੂੰ। ਮੜੀਆਂ ਦੇ ਵਿੱਚ ਰਾਹ ਕੌਣ ਮੰਗਦਾ ਸੀ? ਆਪਣੇ ਜਸਵਿੰਦਰ ਸਿੰਘ ਆ ਇੱਥੇ ਇੱਕ, ਤੇ ਸ਼ਮਸ਼ਾਨ ਘਾਟ ਦੇ ਵਿੱਚ ਨੂੰ ਉਹ ਕਹਿੰਦਾ ਸੀਗਾ ਵੀ ਸਾਨੂੰ ਰਾਹ ਲਾਇਆ ਜਾਵੇ, ਇੱਥੇ ਪੰਚਾਇਤ ਸਾਨੂੰ ਰਾਹ ਲਾ ਕੇ ਦੇਵੇ। ਤੇ ਇਹਨਾਂ ਨੇ ਪੰਚਾਇਤ ਦੇਖੋ ਉੱਥੇ ਰਾਹ ਲਾ ਨਹੀਂ ਸਕਦੀ, ਸ਼ਮਸ਼ਾਨ ਘਾਟ ਦੇ ਵਿੱਚ ਨੂੰ ਕਿੱਦਾਂ ਲਾ ਦੇਗੀ? ਠੀਕ ਹੈ ਕਿ ਨਹੀਂ? ਉਹਦੇ ਕਾਰਨ ਹੀ ਇਹਨਾਂ ਨੇ ਜੋ ਮੁੱਦਾ ਉਠਾਇਆ, ਉਹਦੇ ਕਾਰਨ ਹੀ ਉਠਾਇਆ ਗਿਆ ਇਹ। ਸੋ ਦੋਸਤੋ ਤੁਸੀਂ ਦੇਖੋ ਕਿ ਸਾਰਿਆਂ ਨੇ ਗੁੰਠੇ ਲਾਤੇ ਤੇ ਵੀ ਵਿਕਣੀ ਚਾਹੀਦੀ ਹੈ ਜ਼ਮੀਨ। ਫਿਰ ਇਹਨਾਂ ਨੇ ਰਲ ਮਿਲ ਕੇ ਸਾਰੇ ਪਿੰਡ ਨੇ ਕੇਸ ਕਰਤਾ। ਪੈਸੇ ਢਾਲ ਕੇ ਦਏ ਆ ਪਿੰਡ ਨੇ ਉਹਨਾਂ ਨੂੰ, ਉਹਨੂੰ ਪੈਸੇ ਢਾਲ ਕੇ ਦਏ ਆ ਵੀ ਕੇਸ ਕਰ ਤੂੰ। ਇੱਕ ਵਾਰ ਤੁਸੀਂ ਦੇਖੋ ਕਿ ਜੋ ਮੌਜੂਦਾ ਸਰਪੰਚ ਨੇ ਹਰਜੀਤ ਕੌਰ, ਉਹਨਾਂ ਦਾ ਆਹ ਮਕਾਨ ਹੈ। ਅਸੀਂ ਮਕਾਨ ਦੇ ਬਾਹਰ ਖੜੇ ਆ ਤੇ ਸਾਡੇ ਨਾਲ ਪਿੰਡ ਦੇ ਸੱਜਣ ਨੇ, ਜੋ ਪਿੰਡ ਦੇ ਸੱਜਣ ਨੇ, ਇਹ ਕਹਿੰਦੇ ਕਿ ਅਸੀਂ ਹਰਜੀਤ ਕੌਰ ਦੇ ਪੱਖ ਦੇ ਵਿੱਚ ਆ। ਉਹ ਅਨਪੜ੍ਹ ਨੇ, ਘੁਟਾਲਾ ਉਹ ਕਰ ਨਹੀਂ ਸਕਦੇ। ਜੋ ਪਿੰਡ ਦੀ ਧੜੇਬੰਦੀ ਦਾ ਸ਼ਿਕਾਰ ਹੋ ਗਏ। ਹਰਜੀਤ ਕੌਰ ਸਹਿਮਤੀ ਦੇ ਨਾਲ ਕਹਿੰਦੇ ਸਰਪੰਚ ਚੁਣੇ ਗਏ ਸੀ। ਵੋਟਾਂ ਨਹੀਂ ਪਿੰਡ ਦੇ ਵਿੱਚ ਹੋਈਆਂ ਸੀ, ਸਰਬਸੰਮਤੀ ਦੇ ਨਾਲ ਹਰਜੀਤ ਕੌਰ ਸਰਪੰਚ ਚੁਣੇ ਗਏ ਸੀ। ਪਰ ਅੱਜ ਹਰਜੀਤ ਕੌਰ ਵਿਜੀਲੈਂਸ ਦੀ ਗ੍ਰਿਫਤ ਦੇ ਵਿੱਚ ਨੇ। ਬਜ਼ੁਰਗੋ ਕੀ ਨਾਮ ਹੈ ਤੁਹਾਡਾ? ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ, ਤੁਹਾਡੇ ਪਿੰਡ ਦੀ ਜੋ ਮੌਜੂਦਾ ਸਰਪੰਚ ਸੀ ਹਰਜੀਤ ਕੌਰ, ਉਹ ਗ੍ਰਿਫਤਾਰ ਹੋ ਗਏ। ਕਹਿੰਦੇ ਕਿ 12 ਕਰੋੜ 24 ਲੱਖ ਰੁਪਏ ਦਾ ਘੁਟਾਲਾ ਹੋਇਆ। ਹਾਂਜੀ ਮਤਲਬ ਤੁਹਾਡੇ ਕੀ ਵਿਚਾਰ ਨੇ ਇਸ ਮਸਲੇ ਦੇ ਉੱਤੇ, ਕਿਉਂਕਿ ਤੁਸੀਂ ਪਿੰਡ ਦੇ ਵਸਨੀਕ ਹੋ? ਹਾਂ ਨਹੀਂ ਜੀ, ਹੋ ਨਹੀਂ ਸਕਦਾ ਕਿਉਂਕਿ ਤਾਂ ਉਹ ਅਨਪੜ੍ਹ ਤੀ। ਅਨਪੜ੍ਹ ਸਰਪੰਚ ਤੀ, ਕੋਈ ਪਤਾ ਨਹੀਂ ਲੱਗਦਾ ਵੀ ਇਹ ਮਸਲਿਆਂ ਕੰਮ ਅੱਧ ਵਿਚਾਲੇ ਖੜਿਆ। ਸਾਡਾ ਸਾਰਾ ਹਜੇ ਅੱਧ ਵਿਚਾਲੇ ਕੰਮ ਖੜਿਆ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਖਾ ਸਕਦੀ ਹੈ। ਹਾਂ ਸਾਰਾ ਸਾਡਾ ਬੀਆਂ ਦਾ, ਧਰਮਸ਼ਾਲਾ ਦਾ, ਸਕੂਲ ਦਾ, ਪੈਲਸ ਦਾ, ਮੜੀਆਂ ਦਾ, ਇਹ ਸ਼ਮਸ਼ਾਨ ਘਾਟ ਵਾਲਾ ਕੰਮ ਸਾਰਾ ਅੱਧ ਵਿਚਾਲੇ ਖੜਿਆ। ਤੇ ਇੱਕ ਤਾਂ ਤੁਸੀਂ ਕੰਮ ਦਾ ਜ਼ਿਕਰ ਕਰ ਰਹੇ ਹੋ, ਕੰਮ ਦੀ ਗੱਲ ਕਰ ਰਹੇ ਹੋ, ਕਿਹੜੇ ਪ੍ਰੋਜੈਕਟ ਸੀ ਜਿਹੜੇ ਆਕੜੀ ਪਿੰਡ ਦੇ ਵਿੱਚ ਲੱਗ ਰਹੇ ਸੀ? ਇਹ ਲੱਗ ਰਹੇ ਸੀ, ਇੱਕ ਤਾਂ ਜੀ ਆਹ ਲੱਗ ਰਿਹਾ ਆਪਣਾ ਇਹਦਾ ਪੰਚਾਇਤ ਭਵਨ ਵਾਲਾ, ਇੱਕ ਪੈਲਸ, ਸਕੂਲ, ਬਾਕੀ ਸਾਡੇ ਜੋ ਹਰੀਜਨਾਂ ਦਾ ਸ਼ਮਸ਼ਾਨ ਘਾਟ ਆ, ਇੱਕ ਬਾਕੀ ਜੱਟਾਂ ਦਾ, ਇੱਧਰ ਮੁਸਲਮਾਨਾਂ ਦਾ, ਉਹ ਵੀ ਹਜੇ ਉੱਥੇ ਨੂੰਆਂ ਪੱਟੀਆਂ ਵੀ। ਯਾਨੀ ਕਿ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋ ਕਿ ਹਰਜੀਤ ਕੌਰ ਨੇ, ਮੰਨ ਲਓ ਜਿਵੇਂ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋ ਕਿ ਹਰਜੀਤ ਕੌਰ ਨੇ ਜੋ ਸਰਪੰਚ ਨੇ ਮੌਜੂਦਾ, ਕਿ ਉਹਨਾਂ ਨੇ 12 ਕਰੋੜ 24 ਲੱਖ ਦਾ ਘੁਟਾਲਾ ਕੀਤਾ, ਸਕੈਮ ਕੀਤਾ, ਗਬਨ ਕੀਤਾ, ਕਿਉਂਕਿ ਉਹ ਅਨਪੜ੍ਹ ਸੀ, ਐਡਾ ਕਰ ਨਹੀਂ ਸੀ ਸਕਦੇ। ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਹਾਂ ਉਹ ਕਰ ਨਹੀਂ ਸਕਦੇ,
ਉਹ ਅਨਪੜ੍ਹਾਂ ਨਾਲੇ ਕੰਮ ਹਜੇ ਅੱਧ ਵਿਚਾਲੇ ਪਿਆ, ਅੱਧ ਵਿਚਾਲੇ ਕੰਮ ਦੇ ਵਿੱਚ ਕੋਈ ਉਹ ਨਹੀਂ ਹੁੰਦਾ ਹੈ। ਕੰਮ ਕਿ ਜੋ ਪੰਚਾਇਤ ਦਾ ਪੈਸਾ ਕੰਮ ਵਰਤਿਆ ਹਜੇ ਅਧੂਰਾ ਪਿਆ, ਸਾਰਾ ਕੰਮ ਅਧੂਰਾ ਪਿਆ। ਇੱਕ ਆਹ ਵੀ ਬਜ਼ੁਰਗ ਗੱਲ ਆਉਂਦੀ ਹੈ ਕਿ ਸਟੇ ਲੱਗ ਚੁੱਕੀ ਸੀ ਪੰਚਾਇਤ ਦੇ ਉਸ ਪੈਸੇ ਦੇ ਉੱਤੇ, ਸਟੇ ਲੱਗਣ ਦੇ ਬਾਵਜੂਦ ਕਹਿੰਦੇ ਪੈਸਾ ਕਢਵਾਇਆ ਗਿਆ ਉਹ ਨਹੀਂ ਜੀ ਕਢਾ ਸਕਦੇ, ਸਟੇ ਬਿਨਾਂ ਤਾਂ ਪੈਸਾ ਕਢਾ ਹੀ ਨਹੀਂ ਸਕਦੇ। ਉਹ ਤਾਂ ਫਿਰ ਜਿਹੜੇ ਨੇ ਉਹਨੂੰ ਕੱਢ ਕੇ ਦਿਆ ਉਹਨੂੰ ਫੜੋ। ਇਹ ਜਿਹੜਾ ਪੈਸਾ ਸੀ, ਸਾਰਾ ਪੈਸਾ ਸੀ ਜੋ ਆਹ 5 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਈ ਸੀ, ਐਕਵਾਇਰ ਹੋਣ ਤੋਂ ਬਾਅਦ ਆਹ ਪੈਸਾ ਆਇਆ ਸੀ, ਉਸ ਪੈਸੇ ਦੀ ਐਫਡੀਆਂ ਦਾ ਰੌਲਾ ਇਹ ਰੌਲਾ ਐਫਟੀਆਂ ਦਾ ਨਹੀਂ ਹੈ ਕੋਈ ਨਾ। ਉਸ ਯਾਨੀ ਕਿ ਇਹ ਤਾਂ- ਪੈਸਾ ਉਹੀ ਹੈ ਇਹ। ਹਾਂ ਪੈਸਾ ਉਹੀ ਆ ਜਿਹੜਾ ਜ਼ਮੀਨ ਦਾ ਕਬਹਿਰ ਹੋਈ ਵਾ। ਸ਼ੇਰੀ ਤਖਤੂ ਮਾਜਰਾ ਪਾਵਰਾ ਸਾਡੇ 5 ਪਿੰਡਾਂ ਪਰ ਇਹ ਲੱਗ ਰਿਹਾ, 4 ਪਿੰਡਾਂ ਪਰ। 4 ਪਿੰਡਾਂ ਪਰ ਜੀ। ਸਾਡੇ ਨਾਲ ਇੱਕ ਹੋਰ ਬਜ਼ੁਰਗ ਨੇ। ਬਜ਼ੁਰਗੋ ਕੀ ਨਾਮ ਹੈ ਤੁਹਾਡਾ? ਛੱਤਰ ਸਿੰਘ ਜੀ, ਤੁਹਾਡਾ ਵੀ ਆਕੜੀ ਪਿੰਡ ਹੈ? ਹਾਂ, ਤੁਹਾਡੇ ਪਿੰਡ ਦੀ ਸਰਪੰਚ, ਮਹਿਲਾ ਸਰਪੰਚ ਨੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ। ਗੱਲ ਉਹੀ ਕਿ 12 ਕਰੋੜ 24 ਲੱਖ ਦਾ ਘੁਟਾਲਾ ਹੋ ਗਿਆ ਆਕੜੀ ਪਿੰਡ ਦੇ ਵਿੱਚ। ਉਹ ਕੀ ਸਰਪੰਚ ਹੈ ਕਿਹੜੀ ਹਰਜੀਤ ਕੌਰ ਅਨਪੜ੍ਹਤਾ ਹੈ। 54 ਕਰੋੜ ਰੁਪਇਆ ਸਾਡੇ ਪਿੰਡ ਨੂੰ ਪੰਚਾਇਤ ਦਾ ਪਿਆ ਤਾ। ਉਹਦੇ ਵਿੱਚੋਂ ਕੰਮ ਚੱਲ ਰਹੇ ਆ, ਵਿਕਾਸ ਦੇ ਕੰਮ ਸਾਰੇ ਉਹ ਚੱਲ ਰਹੇ ਆ। ਉਹ ਬੰਦ ਆ ਹੁਣ, ਕਿ ਉਹ ਬੰਦ ਇਸ ਕਰਕੇ ਹੋ ਗਏ ਬਿਜ਼ਨਸ ਨੂੰ ਕੇਸ ਦਿੱਤਾ ਗਿਆ। ਸਾਡੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਵੀ ਹਰ ਇੱਕ ਪਿੰਡ ਦੇ ਵਿੱਚ ਪਾਰਟੀਬਾਜ਼ੀ ਹੁੰਦੀ ਉਹ ਆ। ਉਹਦੇ ਹੁਣ ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਸਾਨੂੰ ਇਹ ਵੀ ਕੋਈ ਕੰਮ ਹੋ ਜਾਣ ਸਾਡੇ ਸਹੀ ਤਰੀਕੇ ਨਾਲ ਤਾਂ ਸਾਨੂੰ ਬਹੁਤ ਵਧੀਆ ਹੈ। ਇਹਦੇ ਵਿੱਚ ਸਾਨੂੰ ਹੋਰ ਕੀ ਚਾਹੀਦਾ? ਸਾਡੇ ਮੀਂਹਾਂ ਦੇ ਕੰਮ ਆ। ਕਾਰਨ ਕੀ ਮੰਨਦੇ ਹੋ ਤੁਸੀਂ? ਕਹਿ ਰਹੇ ਕਿ ਉਹ ਅਨਪੜ੍ਹ ਨੇ, ਉਹਨਾਂ ਨੇ ਇਦਾਂ ਨਹੀਂ ਕੁਝ ਕਾਰਨ ਤਾਂ ਅਸੀਂ ਇਹ ਮੰਨਦੇ, ਉਹਨਾਂ ਨੂੰ ਜੇ ਨਹੀਂ ਪਤਾ ਸੀ ਜਿਹੜੇ ਚੈੱਕ ਕੱਟੇ ਗਏ ਤਾਂ ਅਗਲੇ ਬੰਦਿਆਂ ਦਾ ਪਤਾ ਤਾਂ ਵੀ ਚੈੱਕ ਕਿਹੜੇ ਕੱਟ ਰਹੇ, ਕਿੱਥੇ ਜਾ ਰਹੇ ਆ। ਕਾਰਨ ਤਾਂ ਇਹੀ ਆ ਉਹਦਾ ਘਟਾਲੇ ਦਾ। 5 ਪਿੰਡਾਂ ਦੀਆਂ ਪੰਚਾਇਤਾਂ ਸਸਪੈਂਡ ਹੋਈਆਂ ਨੇ ਇਸ ਮਾਮਲੇ ਦੇ ਉੱਤੇ। 5 ਪਿੰਡਾਂ ਦੇ ਪੰਚਾਇਤਾਂ ਇਸ ਮਾਮਲੇ ਦੇ ਹੋਈਆਂ ਕਿ ਸਰਪੰਚਾਂ ਨੂੰ ਕਈ ਵਾਰੀ ਕਈ ਐਮਐਲਏ ਨੇ ਵੀ ਗੁੰਮਰਾਹ ਕੀਤਾ, ਕਈ ਹੋਰ ਨੇ ਵਿੱਚੇ ਸਭ ਵਿੱਚੇ ਆ ਗਏ। ਹੁਣ ਉਹ ਕਹਿੰਦੇ ਕਿ ਜੋ ਗੱਲ ਨਿਕਲ ਕੇ ਆ ਰਹੀ ਹੈ, ਹਰਜੀਤ ਕੌਰ ਨੇ ਐਮਐਲਏ ਦਾ ਨਾਮ ਲਿਆ, ਮਦਨ ਲਾਲ ਜਲਾਲਪੁਰ ਦਾ, ਉਹਨਾਂ ਦਾ ਨਾਮ ਲਿਆ ਜਦੋਂ ਪੁੱਛਗਿੱਛ ਹੋਈ ਉਹਨਾਂ ਤੋਂ। ਠੀਕ ਹੈ, ਉਹ ਹੋ ਸਕਦਾ ਜੀ, ਕੈਸੀ ਨਾ ਕਹਿ ਸਕਦੇ। ਉਹ ਤਾਂ ਹਰਜੀਤ ਕੌਰ ਦੱਸ ਸਕਦੀ ਹੈ ਵੀ ਹੈ ਜਾਂ ਨਹੀਂ ਹੈ। ਸਾਨੂੰ ਤਾਂ ਇਸ ਮਸਲੇ ਬਾਰੇ ਪਤਾ ਕੋਈ ਨਹੀਂ। ਵੱਡੇ ਅਧਿਕਾਰੀ ਵੀ ਸਸਪੈਂਡ ਹੋਏ ਨੇ ਬਜ਼ੁਰਗੋ ਇਸ ਮਾਮਲੇ ਤੇ ਕਈ। ਕਿਹੜੇ ਉਹਨਾਂ ਨਹੀਂ ਸਾਨੂੰ ਨਹੀਂ ਪਤਾ ਕੋਈ ਵੱਡੇ ਅਧਿਕਾਰੀਆਂ ਦਾ। ਜਦ ਸੈਕਟਰੀ ਹੋਇਆ ਜੋ ਆਪਣੇ ਇਸ ਸ਼ੰਭੂ ਬਲਾਕ ਦੇ ਸੀ, ਉਹ ਫਿਰ ਸਾਰਾ ਇਹਨਾਂ ਦਾ ਘਪਲਾ ਵਿੱਚ ਹੈ ਨਾ ਸਾਰਿਆਂ ਦਾ, ਤਾਂ ਹੀ ਸਸਪੈਂਡ ਹੋਏ ਆ। ਨਹੀਂ ਫਿਰ ਹੋਣ ਦੀ ਕੀ ਲੋੜ ਤੀ ਇਹਨਾਂ ਨੂੰ? ਜੇ ਸਾਰਿਆਂ ਨੂੰ ਘਪਲਾ ਵਿੱਚ ਆ ਤਾਂ ਸਰਪੰਚਾਂ ਦੀ ਪੁੱਛਗਿੱਛ ਕਰਕੇ ਜਿਹੜਾ ਬੰਦੇ ਦਾ ਨਾਮ ਆ ਰਿਹਾ ਉਹਨੂੰ ਫੜਿਆ ਜਾਵੇ। ਬਸ ਸਾਡੀ ਤਾਂ ਇਹੀ ਬੇਨਤੀ ਆ। ਤੇ ਹੋਰ ਪਿੰਡ ਕੀ ਸੋਚਦਾ ਇਸ ਮਾਮਲੇ ਦੇ ਉੱਤੇ? ਪਿੰਡ ਤਾਂ ਇਹ ਸੋਚਦਾ ਵੀ ਸਾਰੇ ਕੰਮ ਹੋਣੇ ਚਾਹੀਦੇ ਆ, ਵੀ ਅੱਗੇ ਤੁਸੀਂ ਪਿੰਡ ਨੂੰ ਪਤਾ ਕਰ ਲਓ ਵੀ ਜਿਹੜਾ ਪਿੰਡ ਗਾਹ ਅੱਗੇ ਸੋਚਦਾ ਉਹਨੂੰ ਪਤਾ ਲੱਗੇ। ਠੀਕ ਹੈ ਨਾ? ਅਸੀਂ ਤਾਂ ਇਹੀ ਕਹਿ ਸਕਦੇ ਸਾਡੇ ਕੰਮ ਆ ਜਿਹੜੇ ਰੁਕੇ ਹੋਏ ਆ ਉਹ ਹੋਣੇ ਚਾਹੀਦੇ ਆ। ਬਜ਼ੁਰਗਾਂ ਦਾ ਕਹਿਣਾ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਰੁਕੇ ਹੋਏ ਨੇ ਉਹ ਕੰਮ ਹੋਣੇ ਚਾਹੀਦੇ ਨੇ, ਅੱਗੇ ਸ਼ੁਰੂ ਹੋਣੇ ਕੰਮ ਉਹ ਚਾਹੀਦੇ ਨੇ। ਕਿਉਂਕਿ ਇੱਕ ਗੱਲ ਹੋਰ ਵੀ ਕਹਿੰਦੇ ਨੇ ਕਿ ਅਨਪੜ੍ਹ ਨੇ ਜੋ ਉੱਥੇ ਮਹਿਲਾ ਸਰਪੰਚ ਨੇ ਹਰਜੀਤ ਕੌਰ, ਐਦਾਂ ਉਹ ਕੁਝ ਨਹੀਂ ਕਰ ਸਕਦੇ ਹੈਗੇ। ਆਕੜੀ ਦੀ ਮੈਂ ਸ਼ਮਸ਼ਾਨ ਘਾਟ ਦੀ ਉਸ ਜਗ੍ਹਾ ਦੇ ਵਿੱਚ ਮੌਜੂਦ ਹਾਂ ਜਿੱਥੇ ਕੰਮ ਚੱਲ ਰਿਹਾ ਸੀ। ਕੰਮ ਹੁਣ ਪੰਚਾਇਤ ਸਸਪੈਂਡ ਹੋ ਗਈ, ਹਰਜੀਤ ਕੌਰ ਗ੍ਰਿਫਤਾਰ ਹੋ ਗਏ। ਜਿਹੜਾ ਕੰਮਕਾਜ ਹੈ, ਕੰਮਕਾਜ ਹੋ ਗਿਆ ਸਾਰਾ ਠੱਪ, ਸਟੇ ਲੱਗ ਗਈ ਸਭ ਕਾਸੀ ਤੇ। ਆਹ ਦੇਖੋ ਤੁਸੀਂ, ਪਹਿਲਾਂ ਦੇਖੋ ਆਹ ਕੰਧਾਂ ਇੱਥੋਂ ਖੜੀਆਂ ਕਰਨੀਆਂ ਸੀ, ਕਿੱਡੇ ਕਿੱਡੇ ਬੀਮ ਇੱਥੇ ਬੰਨੇ ਜਾ ਰਹੇ ਸੀ, ਸਰੀਏ ਬੰਨੇ ਜਾ ਰਹੇ ਸੀ। ਆਹ ਦੇਖੋ ਇੰਟਰਲੌਕ ਟੈਲਾਂ ਪਈਆਂ ਨੇ, ਇੰਟਰਲੌਕ ਟੈਲਾਂ ਪਈਆਂ ਨੇ। ਉਹ ਦੇਖੋ ਤੁਸੀਂ ਮਿੱਟੀ ਦੇ ਕਿੱਡੇ ਕਿੱਡੇ ਢੇਰ ਪਏ ਨੇ, ਬਾਜਰੀ ਦੇ ਕਿੱਡੇ ਕਿੱਡੇ ਢੇਰ ਪਏ ਨੇ, ਸੀਮੈਂਟ ਦੇ ਕਿੱਡੇ ਕਿੱਡੇ ਢੇਰ ਪਏ ਨੇ। ਆਹ ਕੰਮਕਾਜ ਹੋ ਗਿਆ ਹੁਣ ਠੱਪ। ਆਪਾਂ ਪੁੱਛਾਂਗੇ ਕਿ ਕੰਮਕਾਜ ਠੱਪ ਹੋਣ ਦੇ ਕੀ ਕਾਰਨ ਨੇ। ਉਹੀ ਕਾਰਨ ਨੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਪਿੰਡ ਦੇ ਵਿੱਚ ਧੜੇਬੰਦੀ ਵੀ ਹੈਗੀ ਹੈ, ਕਿ ਇਹ ਧੜੇਬੰਦੀ ਕਾਰਨ ਨੇ। ਸਾਡੇ ਨਾਲ ਆਕੜੀ ਤੋਂ ਪਿੰਡ ਨੇ ਜਿਹੜੇ ਪਹਿਲਾਂ ਆਪਣੇ ਨਾਲ ਗੱਲ ਕਰ ਰਹੇ ਸੀ। ਆਹ ਬਣਾਇਆ ਹੋਇਆ ਰਸਤਾ, ਕਾਫੀ ਜਗ੍ਹਾ ਇਹ ਹੈਗੀ ਹੈ ਸ਼ਮਸ਼ਾਨ ਘਾਟ ਦੀ ਉਸ ਪਾਸੇ। ਹਾਂ, ਪੌਣੇ 2 ਏਕੜ ਜਿਹੜੀ ਥਾਂ ਹੈ ਸ਼ਮਸ਼ਾਨ ਘਾਟ ਦੀ ਥਾਂ ਹੈ। ਸ਼ਮਸ਼ਾਨ ਘਾਟ ਬਣਿਆ ਹੋਇਆ, ਕਹਿੰਦੇ ਹੋਰ ਡਿਵੈਲਪ ਕਰ ਰਹੇ ਸੀ ਇਸ ਸ਼ਮਸ਼ਾਨ ਘਾਟ ਨੂੰ। ਲੱਖਾਂ ਰੁਪਏ ਇਸ ਸ਼ਮਸ਼ਾਨ ਘਾਟ ਦੇ ਉੱਤੇ ਲੱਗਣਾ ਸੀ। ਇੰਟਰਲੌਕ ਟੈਲਾਂ ਪਈਆਂ ਨੇ, ਬਾਜਰੀ ਪਈ ਹੈ ਤੇ ਆਪਣਾ ਰੇਤਾ ਪਿਆ ਉੱਥੇ। ਪੌਣੇ 2 ਏਕੜ ਥਾਂ ਹੈ। ਆਹ ਰਸਤਾ ਚੱਲ ਰਿਹਾ, ਉੱਥੇ ਨੀਂਹ ਪੱਥਰ ਰੱਖਿਆ ਹੋਇਆ ਸ਼ਮਸ਼ਾਨ ਘਾਟ ਦਾ, ਇੱਟਾਂ ਵੀ ਪਈਆਂ ਨੇ ਸਾਡੇ ਨਾਲ ਨੇ। ਇਹ ਫਿਰ ਕੰਮ ਹੁਣ ਬੰਦ ਹੋ ਗਿਆ? ਇਹ ਤਾਂ ਹੁਣ ਹਾਂਜੀ ਬੰਦ ਹੋ ਗਿਆ ਜੀ। ਬੰਦ ਫਿਰ ਪਹਿਲਾਂ ਮਤਲਬ ਹਰਜੀਤ ਕੌਰ ਤਾਂ ਹੁਣ ਗ੍ਰਿਫਤਾਰ ਹੋਏ ਨੇ, ਜਦੋਂ ਪੰਚਾਇਤ ਸਸਪੈਂਡ ਹੋਈ ਉਦੋਂ ਬੰਦ ਹੋਇਆ ਕੰਮ? ਹਾਂਜੀ ਉਦੋਂ ਹੀ ਹੋਏ। ਤੇ ਬੰਦ ਹੋਣ ਦੇ ਕੀ ਕਾਰਨ? ਇਹ ਜਸਵਿੰਦਰ ਸਿੰਘ ਹੈ ਜਿਹੜਾ ਇਹ ਰਸਤਾ ਮੰਗਦਾ ਸੀ ਇੱਥੋਂ ਨੂੰ ਪੰਚਾਇਤ ਤੋਂ। ਜਸਵਿੰਦਰ ਸਿੰਘ ਕੌਣ? ਸ਼ਿਕਾਇਤ ਕਰਤਾ ਜਿਹੜਾ ਸ਼ਿਕਾਇਤ ਕਰਤਾ ਹਾਂਜੀ ਪੂਰੇ ਕੇਸ ਦੀ? ਹਾਂਜੀ ਠੀਕ ਹੈ। ਹਾਂਜੀ ਉਹੀ ਕਰਦਾ ਜੀ 5 ਪਿੰਡਾਂ ਦੀ। 5 ਪਿੰਡਾਂ ਦੀ ਸ਼ਿਕਾਇਤ ਹੋ ਇਹ ਰਸਤਾ ਮੰਗਦਾ ਸੀ ਉਰੇ ਤੇ ਆਪਣੇ 2 ਕਿੱਲਿਆਂ ਨੂੰ ਜੀ, 2.25 ਕਿੱਲੇ ਜ਼ਮੀਨ ਹੈ ਉਹਦੀ। ਠੀਕ ਹੈ। ਬੈ ਲਈ ਉਹਨੇ 2-3 ਸਾਲ ਹੋਏ ਆ ਬਿਨਾਂ ਰਸਤੇ ਤੋਂ। ਅੱਛਾ, ਪਹਿਲਾਂ ਓਪਨ ਪਿਆ ਸੀ, ਲੰਘਦੇ ਸੀ, ਕੋਈ ਚੱਕਰ ਨਹੀਂ ਸੀ। ਜੀ ਸਾਰਾ ਇੱਥੋਂ ਇਹ ਸਾਡੀ ਜ਼ਮੀਨ ਹੈ ਜੀ, ਇੱਧਰ ਸਾਰੇ ਲਾਣੇ ਦੀ, ਸਾਡੇ ਬਾਬੇ ਤੋਲਾ ਪਿੱਛੋਂ। ਇਹਨੇ ਸਾਡੇ ਕਿਸੇ ਭਾਈ ਨੇ ਵਿੱਚੋਂ ਵੇਚੀ ਵੀ ਹੈ, ਗਾਹਾਂ ਤੋਂ ਗਾਹਾਂ ਇਹਨੇ ਬੈ ਲਈ ਹੈ। 3-4 ਸਾਲ ਹੋਏ, ਹੁਣੇ ਮੰਗਦਾ ਰਸਤਾ, ਪੰਚਾਇਤ ਦੇ ਨਹੀਂ ਸਕਦੀ ਕਹਿੰਦੀ। ਠੀਕ ਹੈ। ਪਰ ਇਹਦੇ ਮਾਰੀ ਇਹ ਕਿਸਾਨ ਯੂਨੀਅਨ ਵਾਲੇ ਲੈ ਕੇ ਆਏ ਉਰੇ, ਉਹਨਾਂ ਤੇ ਇਹ ਕੰਮ ਬੰਦ ਕਰਵਾਤੇ ਨੇ ਸਾਰੇ। ਕੰਮ ਬੰਦ ਹੋਣ ਦੇ ਕਾਰਨ ਧੜੇਬੰਦੀ ਚੱਲ ਗਈ। ਉਹ ਤੋਂ ਬਾਅਦ ਪੰਚਾਇਤ ਸਸਪੈਂਡ ਹੋ ਗਈ, ਵਿਜੀਲੈਂਸ ਵਾਲਿਆਂ ਨੇ ਕਰਤੀ।
ਇਹ ਕੰਮ ਬੰਦ ਹੋ ਮਤਲਬ ਇਹ ਰਸਤੇ ਦਾ ਹੀ ਮੈਟਰ ਹੈ ਪੂਰਾ। ਰਸਤੇ ਤੋਂ ਗੱਲ ਚੱਲਦੀ ਹੋਈ ਅੱਜ ਗੱਲ ਇੱਥੇ ਤੱਕ ਆ ਗਈ ਕਿ ਇਹ ਤੁਹਾਡਾ ਕਹਿਣਾ। ਹਾਂਜੀ ਹਾਂ, ਇਹ ਜਿਹੜਾ ਜਸਵਿੰਦਰ ਸਿੰਘ ਸੋਨੀ ਹੈ ਜੀ, ਇਹਦੇ ਪੌਣੇ 2 ਕਿੱਲੇ ਇੱਥੇ ਅੱਗੇ ਹੈ, ਇਹਨੂੰ ਕੋਈ ਰਸਤਾ ਨਹੀਂ ਹੈਗਾ। ਇਹ ਸ਼ਮਸ਼ਾਨ ਘਾਟ ਦੇ ਵਿੱਚੋਂ ਪੰਚਾਇਤ ਤੋਂ ਰਸਤਾ ਮੰਗਦਾ ਸੀ, ਜਿਹੜਾ ਕਿ ਪੰਚਾਇਤ ਨਹੀਂ ਦੇ ਸਕਦੀ। ਉਸ ਤੋਂ ਬਾਅਦ ਇਹ ਡਿਵੈਲਪਮੈਂਟ ਸ਼ੁਰੂ ਹੋਈ, 3 ਵਾਰ ਇਹਦੀ ਮਿਣਤੀ ਹੋ ਲਈ। ਜਦੋਂ ਇਹ ਦੀਵਾਰ ਲੱਗੇ ਕਰਨ, ਇਹਨੇ ਬੰਦੇ ਨੇ ਕਿਸਾਨ ਯੂਨੀਅਨ ਵਾਲੇ ਬੁਲਾ ਕੇ ਹੋਰ ਇਕੱਠੇ ਕਰਕੇ ਬੰਦੇ ਪਿੰਡ ਦੇ ਨਾਲ ਲਾ ਕੇ 2-4 ਬੰਦਿਆਂ ਨੂੰ ਇਹਨੇ ਜੀ ਇਹ ਮੁੱਦਾ ਖੜਾ ਕਰ ਲਿਆ ਜੀ, ਇੱਥੇ ਪੈਸਾ ਖਾ ਰਹੇ ਤੇ ਉਹ ਹੋ ਰਿਹਾ ਜੀ, ਫਲਾਣਾ ਹੋ ਰਿਹਾ, ਬਹੁਤ ਕੁਝ ਬੋਲਿਆ, ਬੜਾ ਕੁਝ ਬਕਦਾ ਰਿਹਾ, ਚੋਰ ਕਹਿੰਦਾ ਰਿਹਾ, ਕੁੱਤੇ ਕਹਿੰਦਾ ਰਿਹਾ, ਸਰਪੰਚਣੀ ਨੂੰ ਬੜੀਆਂ ਗਾਲਾਂ ਕੱਢਦਾ ਰਿਹਾ। ਇਹਨੂੰ ਕਿਸੇ ਨੇ ਨੱਥ ਨਹੀਂ ਪਾਈ। ਉਹ ਹੁਣ ਇਹ ਜਿਹੜਾ ਝੂਠਾ ਪਰਚਾ ਹੈ ਜਿਹੜਾ ਵੀ ਹੋਇਆ, ਕੋਈ ਸਾਡੇ ਪਿੰਡ ਪਹਿਲਾਂ FIR 'ਚ 6 ਕਰੋੜ ਕਹਿੰਦੇ ਸੀ, ਆ ਕੱਲ੍ਹ ਨੂੰ ਜਦੋਂ ਗ੍ਰਿਫਤਾਰੀ ਹੋਇਆ ਉਦੋਂ 12.24 ਕਰੋੜ ਲੱਗੇ ਕਹਿਣ। ਕੱਲੀ ਸਰਪੰਚਣੀ ਤਾਂ ਐਡਾ ਸਰਪੰਚ ਦਾ ਕੋਈ ਉਹਦਾ ਹੁੰਦਾ ਨਹੀਂ ਵੀ ਐਡਾ ਕਰੋੜਾਂ ਰੁਪਏ ਇਕੱਲਾ ਸਰਪੰਚ ਖਾ ਜਾਵੇ। ਦੇਖੋ ਸਾਡੇ ਨਾਲ ਜਿਹੜੇ ਆਹ ਪਿੰਡ ਤੋਂ ਸੱਜਣ ਸੀ, ਇਹ ਕਹਿੰਦੇ ਕਿ ਰਸਤੇ ਦਾ ਰੌਲਾ, ਸਰਕਾਰ ਕਹਿੰਦੀ ਕਰਪਸ਼ਨ ਦਾ ਰੌਲਾ, ਸ਼ਮਸ਼ਾਨ ਘਾਟ ਦਾ ਕੰਮ ਵਿੱਚ ਰੁਕਿਆ ਹੋਇਆ ਪਿਆ, ਲੱਖਾਂ ਰੁਪਏ ਦਾ ਸਮਾਨ ਇੱਥੇ ਆਇਆ ਹੋਇਆ ਪਿਆ, ਪੌਣੇ 2 ਏਕੜ ਜ਼ਮੀਨ ਜਿੱਥੇ ਪਹਿਲਾਂ ਖੇਤੀ ਹੁੰਦੀ ਸੀ ਪਹਿਲਾਂ ਇੱਥੇ ਖੇਤੀ ਹੁੰਦੀ ਸੀ, ਖੇਤੀ ਵੀ ਹੁਣ ਖੇਤੀ ਤਾਂ ਕਿੱਥੇ ਹੋਣੀ ਹੈ ਇੱਥੇ ਹੁਣ ਸਮਾਨ ਪਿਆ। ਹਾਂ, ਤੇ ਸੋ ਆਹ ਸੀ ਪੂਰਾ ਮਾਮਲਾ ਪਿੰਡ ਅੱਕੜੀ ਦਾ। ਤੁਸੀਂ ਦੇਖਿਆ ਪਹਿਲਾਂ ਵੀ, ਤੁਸੀਂ ਸਾਡੀ ਵੀਡੀਓ ਲਗਾਤਾਰ ਆਹ ਦੇਖ ਰਹੇ ਹੋ। ਹਰਜੀਤ ਕੌਰ ਜੋ ਹੈਗੇ ਨੇ ਗ੍ਰਿਫਤਾਰ ਹੋ ਚੁੱਕੇ ਨੇ। ਪਿੰਡ ਵਾਸੀਆਂ ਨਾਲ ਅਸੀਂ ਗੱਲਬਾਤ ਕੀਤੀ, ਆਹ ਤੁਸੀਂ ਤੁਹਾਨੂੰ ਦਿਖਾਇਆ ਕਿ ਜਿਹੜੇ ਕੰਮਕਾਜ ਨੇ ਇੱਥੇ, ਆਹ ਕੰਮਕਾਜ ਨੇ। ਸੋ ਦੇਖਦੇ ਹਾਂ ਇਸ ਮਾਮਲੇ ਤੇ ਅੱਗੇ ਹੁਣ ਕੀ ਬਣਦਾ। ਧੰਨਵਾਦ।